ਫਿਰਤ ਫਿਰਤ ਪ੍ਰਭ ਆਇਆ, ਭਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਜਣਾ ਸੱਚਾ ਪਾਤਸ਼ਾਹੋ, ਸਿਰ ਸਾਹਾਂ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸੁਕਾਉ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਿਫਤ ਕਸਮੰਦੀ, ਨੂਰ ਅਰਸੋਂ ਕੁਰਸੋਂ ਝਟੀਐ। ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪੰਜਵਾ। ਸਾਜਨ ਤੇਰੇ ਚਰਨ ਕੀ, ਹੋਏ ਰਹਾ ਸਦ ਧੂੜਾ। ਨਾਨਕ ਸਰਣ ਤੁਹਾਰੀਆ, ਵੇਖੋ ਸਦਾ ਹਜੂਰ। ਸਾਜਨ ਤੇਰੇ ਚਰਨ ਕੀ, ਹੋਏ ਰਹਾ ਸਦ ਧੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸ਼ਕਤੀਮਾਨ, ਸਰਬ ਕਲਾ ਸਮਰੱਥ, ਜਾਗਤ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸਭਾਏਮਾਨ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤ ਨੇ ਸਤਿਗੁਰਾਂ ਦੇ ਦਰਬਾਰ ਅੰਦਰ ਬੈਠ ਕੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਪ੍ਰਾਪਤ ਕੀਤਾ ਹੈ। ਅੰਮ੍ਰਿਤ ਵੇਲੇ ਨੂੰ ਸਫਲਾ ਬਣਾਇਆ। ਇਸ ਵੇਲੇ ਆਪਾਂ ਲੜੀਵਾਰ ਗੁਰਬਾਣੀ ਦੀ ਕਥਾ ਜੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕੁਝ ਸਮੇਂ ਵਾਸਤੇ ਆਓ ਮਨ ਜੋੜੀਏ ਸਤਿਗੁਰਾਂ ਦੇ ਚਰਨਾਂ ਦੇ ਵਿੱਚ। ਬੜੀ ਭਾਵਨਾ ਦੇ ਨਾਲ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪੰਜਵਾ। ਸਾਜਨ ਤੇਰੇ ਚਰਨ ਕੀ, ਹੋਏ ਰਹਾ ਸਦ ਧੂੜ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਇਹ ਸ਼ਲੋਕ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਐ ਸੱਜਣ ਲੋਕ ਤੇ ਪਰਲੋਕ ਦੇ। ਇਸ ਲੋਕ ਵਿੱਚ ਵੀ ਇੱਜ਼ਤ ਰੱਖਣ ਵਾਲੇ, ਬਖਸ਼ਿਸ਼ ਕਰਨ ਵਾਲੇ, ਪਰਲੋਕ ਦੇ ਵਿੱਚ ਵੀ 84 ਲੱਖ ਜੂਨਾਂ ਤੋਂ ਬਚਾਉਣ ਵਾਲੇ। ਐ ਸੱਜਣ, ਐ ਪਰਮਾਤਮਾ, ਮੇਰੇ 'ਤੇ ਕਿਰਪਾ ਕਰ। ਜੋ ਤੇਰੇ ਪਵਿੱਤਰ ਚਰਨ ਨੇ, ਉਹਨਾਂ ਪਵਿੱਤਰ ਚਰਨਾਂ ਦੀ ਦੋ ਪਵਿੱਤਰ ਧੂੜੀ ਹੈ। ਮੈਂ ਸਦਾ ਵਾਸਤੇ ਤੇਰੇ ਚਰਨਾਂ ਦੀ ਧੂੜ ਬਣ ਕੇ ਰਵਾਂ। ਸਾਜਨ ਤੇਰੇ ਚਰਨ ਕੀ, ਹੋਏ ਰਹਾ ਸਦ ਧੂਰ। ਧੂਰ ਤੋਂ ਭਾਵ ਧੂੜੀ, ਚਰਨ ਧੂੜੀ ਮੈਂ। ਪਰਮਾਤਮਾ ਤੂੰ ਮੇਰਾ ਸੱਜਣ ਬਣ, ਮਿੱਤਰ ਬਣਨਾ ਕਰ। ਅਤੇ ਮੈਂ ਤੇਰੇ ਪਵਿੱਤਰ ਚਰਨਾਂ ਦੀ ਧੂੜ ਆਪਣੇ ਆਪ ਨੂੰ ਸਮਝਦਾ ਹਾਂ, ਜਾਂ ਮੈਨੂੰ ਦਾਤ ਤੇ ਬਖਸ਼ਿਸ਼ ਕਰਕੇ ਮੈਂ ਤੇਰੇ ਚਰਨਾਂ ਦੀ ਧੂੜ ਬਣ ਜਾਵਾਂ। ਨਾਨਕ ਸਰਣ ਤੁਹਾਰੀਆ,
ਵੇਖੋ ਸਦਾ ਹਜੂਰ। ਸੋ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਮੈਂ ਆਪ ਜੀ ਦੀ ਸ਼ਰਨ ਵਿੱਚ ਚੱਲ ਕੇ ਆਇਆ ਹਾਂ। ਆਪ ਜੀ ਨੂੰ ਸਦਾ ਹੀ ਹਾਜ਼ਰਾ ਹਜ਼ੂਰ ਵੇਖਦਾ ਹਾਂ, ਹਾਜ਼ਰ ਨਾਜ਼ਰ ਵੇਖਦਾ ਹਾਂ। ਮੇਰੇ 'ਤੇ ਕਿਰਪਾ ਕਰੋ, ਮੇਰੀ ਮੱਤ ਇਹੋ ਜਿਹੀ ਬਣ ਜਾਵੇ, ਮੇਰੀ ਸੋਚ ਇਹੋ ਜਿਹੀ ਬਣ ਜਾਵੇ, ਮੇਰੇ ਖਿਆਲ ਇਹੋ ਜਿਹੇ ਬਣ ਜਾਣ ਕਿ ਜਦੋਂ ਵੀ ਮੇਰੇ ਕੋਲੋਂ ਕੋਈ ਪਾਪ ਕਰਮ ਹੋਣ ਲੱਗੇ ਤਾਂ ਉਸ ਵੇਲੇ ਮੈਨੂੰ ਸੋਝੀ ਆ ਜਾਵੇ, ਗਿਆਨ ਆ ਜਾਵੇ ਕਿ ਉਹ ਪਰਮਾਤਮਾ ਮੇਰੇ ਪਾਪ ਕਰਮ ਨੂੰ ਵੇਖਦਾ ਪਿਆ ਹੈ। ਸੋ ਪਾਤਸ਼ਾਹ ਕਹਿਣ ਲੱਗੇ, ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਜਦੋਂ ਇਹ ਅਵਸਥਾ ਬਣ ਗਈ ਵੀ ਪਰਮਾਤਮਾ ਮੇਰੇ ਨੇੜੇ ਹੈ, ਫਿਰ ਪਾਪ ਕਰਮ ਤੇਰੇ ਕੋਲੋਂ ਹੋਵੇਗਾ ਹੀ ਨਹੀਂ। ਉਹਦਾ ਕਾਰਨ ਇਹ ਹੈ ਕਿ ਤੂੰ ਫਿਰ ਇਹ ਜਾਣਦਾ ਹੋਵੇਗਾ ਕਿ ਜੇ ਇਹ ਪਾਪ ਕਰਮ ਕੀਤਾ ਤੇ ਰੱਬ ਮੈਨੂੰ ਵੇਖਦਾ ਹੈ। ਸੋ ਪਾਤਸ਼ਾਹ ਕਹਿਣ ਲੱਗੇ, ਨਾਨਕ ਸਰਨ ਤੁਹਾਰੀਆ, ਅਸੀਂ ਆਪ ਜੀ ਦੀ ਸ਼ਰਨ ਵਿੱਚ ਪਏ ਹਾਂ, ਪਰ ਸਾਡੇ 'ਤੇ ਮਿਹਰ ਕਰ ਵੀ ਪੇਖੋਂ ਸਦਾ ਹਜ਼ੂਰ। ਮੈਂ ਆਪ ਜੀ ਨੂੰ ਸਦਾ ਹਾਜ਼ਰ ਨਾਜ਼ਰ ਵੇਖਣਾ ਕਰਾਂ, ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਤੇ ਪਾਪ ਕਰਮ ਤੋਂ ਬਚਣਾ ਕਰਾਂ। ਮਹੱਲਾ ਪੰਜਵਾਂ। ਪਤਿਤ ਪੁਨੀਤ ਸੰਖ ਹੋਏ, ਹਰ ਚਰਨੀ ਮਨ ਲਾਗ। ਗੁਰੂ ਜੀ ਬਖਸ਼ਿਸ਼ ਕਰਦੇ, ਜਿਨ੍ਹਾਂ ਗੁਰਮੁਖਾਂ ਦਾ ਮਨ ਹਰੀ ਚਰਨਾਂ ਦੇ ਨਾਲ ਲੱਗਾ, ਉਹ ਅਸੰਖਾਂ ਹੀ ਜਿਹੜੇ ਪਾਪੀ ਨੇ ਪਵਿੱਤਰ ਹੋ ਜਾਂਦੇ। ਅਸੰਖ ਤੋਂ ਭਾਵ ਹੁੰਦਾ ਬੇਗਿਣਤ, ਜਿਹਦੀ ਗਿਣਤੀ ਕੋਈ ਨਾ ਹੋਵੇ। ਪਰਮਾਤਮਾ ਦੇ ਨਾਮ ਦੇ ਨਾਲ ਜਿਹੜੇ ਲੱਗੇ ਨੇ, ਬੇਗਿਣਤ ਐਸੇ ਪਾਪੀ ਨੇ ਜਿਨ੍ਹਾਂ ਨੇ ਨਾਮ ਜਪ ਕੇ ਆਪਣੇ ਆਪ ਨੂੰ ਪਵਿੱਤਰ ਕਰ ਲਿਆ ਹੈ। ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ, ਪਤਿਤ ਪੁਨੀਤ ਅਸੰਖ ਹੋਏ, ਹਰ ਚਰਨੀ ਮਨ ਲਾਗ। ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਮਨ ਨੂੰ ਜੋੜਿਆ, ਅਨੇਕਾਂ ਹੀ ਬੇਅੰਤ ਹੀ ਪਾਪੀ ਜਿਹੜੇ ਨੇ ਪਵਿੱਤਰ ਹੋ ਗਏ ਨਾਮ ਬਾਣੀ ਨੂੰ ਜਪ ਕੇ। ਜਿਵੇਂ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਉਣ ਕਰਕੇ ਸੱਜਣ ਵਰਗੇ ਪਾਪੀ ਗੁਰਮੁਖ ਬਣ ਗਏ, ਕੌਡੇ ਵਰਗੇ ਪਾਪੀ ਗੁਰਮੁਖ ਬਣ ਗਏ। ਪਾਤਸ਼ਾਹ ਕਹਿਣ ਲੱਗੇ, ਇਹ ਤੇ ਉਦਾਹਰਨਾਂ ਨੇ ਕੇਵਲ ਸਮਝਣ ਵਾਸਤੇ। ਪਤਾ ਨਹੀਂ ਕਿੰਨੇ ਕੁ ਪਾਪੀਆਂ ਨੇ ਨਾਮ ਦੇ ਨਾਲ ਜੁੜ ਕੇ ਪਾਪ ਕਰਮ ਨੂੰ ਤਿਆਗ ਕੇ ਗੁਰਮੁਖਤਾਈ ਵੱਲ ਤੁਰੇ ਹਨ। 68 ਤੀਰਥ ਨਾਮ ਪ੍ਰਭ, ਜਿਸ ਨਾਨਕ ਮਸਤਕ ਭਾਗ। ਪਰਮੇਸ਼ਰ ਦੇ ਨਾਮ ਦੇ ਵਿੱਚ 68 ਤੀਰਥਾਂ ਦੇ ਇਸ਼ਨਾਨ ਦਾ ਫਲ ਹੈ, ਮਹਾਤਮ ਹੈ। ਇੱਕ ਪਾਸੇ ਵਿਅਕਤੀ ਤੁਰਿਆ ਇਸ਼ਨਾਨ ਕਰਨ ਵਾਸਤੇ, 68 ਤੀਰਥਾਂ ਦੀ ਯਾਤਰਾ 'ਤੇ ਤੁਰਿਆ। ਸਮਾਂ ਵੀ ਚਾਹੀਦਾ ਹੈ, ਸਰੀਰ ਵਿੱਚ ਬਲ ਵੀ ਚਾਹੀਦਾ ਹੈ, ਕੋਲ ਮਾਇਆ ਵੀ ਚਾਹੀਦੀ ਹੈ, ਗੁਜਰਾਨ ਵੀ ਚਾਹੀਦਾ। ਫਿਰ ਜਾ ਕੇ ਉਹ ਕਿਤੇ 68 ਤੀਰਥਾਂ ਦੇ ਦਰਸ਼ਨ ਕਰੇਗਾ, ਬੜਾ ਲੰਮਾ ਸਮਾਂ ਲਾ ਕੇ। ਪਰ ਜਿਹੜਾ ਘਰ ਵਿੱਚ ਬੈਠਾ ਹੋਇਆ ਹੈ, ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ। ਜਿਹੜਾ ਘਰੇ ਬੈਠਾ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਪਿਆ, ਜਿਹੜਾ ਘਰੇ ਬੈਠਾ ਰਾਮ ਰਾਮ ਦਾ ਜਾਪ ਕਰਦਾ ਪਿਆ, ਉਹਨੂੰ ਉਸ ਦੇ ਨਾਮ ਦੇ ਵਿੱਚੋਂ ਹੀ ਉਹ ਤੀਰਥਾਂ ਦੇ ਇਸ਼ਨਾਨ ਦਾ ਫਲ ਹੈ। ਬਲਕਿ ਉਹ ਤੀਰਥ ਜਿਹੜੇ ਨੇ ਆਪ ਉਸ ਦਾ ਇਸ਼ਨਾਨ ਕਰਾਉਣ ਵਾਸਤੇ ਹਾਜ਼ਰ ਹੋ ਜਾਂਦੇ। ਰੱਬ ਦੇ ਨਾਮ ਦੇ ਵਿੱਚ ਏਡੀ ਵੱਡੀ ਬਰਕਤ ਹੈ। 68 ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ। 68 ਤੀਰਥਾਂ ਦੇ ਇਸ਼ਨਾਨ ਦੇ ਨਾਲੋਂ ਜੇ ਕਿਸੇ ਜੀਵ 'ਤੇ ਦਇਆ ਕਰ ਦਿੱਤੀ, ਰਹਿਮ ਕਰ ਦਿੱਤਾ, ਜਿੰਨਾ ਫਲ 68 ਤੀਰਥਾਂ 'ਤੇ ਜਾ ਕੇ ਨਹਾਉਣ ਦੇ ਨਾਲ ਮਿਲਣਾ, ਓਨਾ ਫਲ ਤੈਨੂੰ ਇੱਕ ਜੀਵ ਦੀ ਹੱਤਿਆ ਰੋਕਣ ਤੋਂ ਜਾਂ ਜੀਵ ਦੇ ਉੱਪਰ ਰਹਿਮ ਕਰਨ ਤੋਂ ਤੈਨੂੰ ਮਿਲ ਜਾਣਾ ਹੈ। ਐਸੀ ਬਖਸ਼ਿਸ਼ ਹੈ। ਪਾਤਸ਼ਾਹ ਕਹਿਣ ਲੱਗੇ, ਭਾਈ ਪਰਮੇਸ਼ਰ ਦਾ ਨਾਮ ਬੜਾ ਵੱਡਾ ਹੈ, 68 ਤੀਰਥਾਂ ਦੇ ਫਲ ਦਾ ਮਹਾਤਮ ਬਖਸ਼ਿਸ਼ ਕਰ ਦਿੰਦਾ। ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਨੇ ਬਚਨ ਕੀਤੇ ਸਨ, ਜਿਹੜਾ ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ ਦੀ ਗੁਰਬਾਣੀ ਦਾ ਪਾਠ ਕਰੇਗਾ, ਉਸ ਦੀ 84 ਕੱਟੀ ਜਾਏਗੀ। ਅੱਜ ਵੀ ਬੌਲੀ ਸਾਹਿਬ ਦੇ ਅੰਦਰ ਬੇਅੰਤ ਸੰਗਤਾਂ ਸਤਿਗੁਰਾਂ ਦੇ ਉਹਨਾਂ ਬਚਨਾਂ ਦੇ ਉੱਪਰ ਪਹਿਰਾ ਦੇ ਕੇ ਗੁਰਬਾਣੀ ਪੜ੍ਹਦੇ। ਪਰਮੇਸ਼ਰ ਦੇ ਤੇ ਨਾਮ ਦਾ ਇੱਕ ਸ਼ਬਦ ਹੀ ਬੜਾ ਹੈ, ਜਿਹੜਾ ਜਪ ਕੇ ਮੁਕਤੀ ਹੋ ਜਾਂਦੀ ਹੈ। ਤੇ ਜਪਜੀ ਸਾਹਿਬ ਤੇ ਹੈ ਹੀ ਸਿਫਤ ਪਰਮਾਤਮਾ ਦੀ। ਜਿਹੜਾ ਭਾਵਨਾ ਦੇ ਨਾਲ ਕਰੇਗਾ, ਕਿਉਂ ਨਹੀਂ ਉਹਦੀ 84 ਕੱਟੀ ਜਾਏਗੀ। ਭਾਵੇਂ ਕਿ ਮਨ ਵਿੱਚ ਕੁਝ ਲੋਕ ਸ਼ੰਕਾ ਪਾਉਂਦੇ, ਭਰਮ ਪਾਉਂਦੇ ਵੀ ਇਹ
ਕਰਮ ਜਿਹੜਾ ਹੈ ਕਰਮ ਕਾਂਡ ਹੈ, ਕਰਮ ਕਾਂਡ ਨਹੀਂ ਹੈ। ਸਤਿਗੁਰਾਂ ਨੇ ਇਸ਼ਨਾਨ ਦੇ ਨਾਲ ਨਾਲ ਸਾਨੂੰ ਨਾਮ ਦੇ ਨਾਲ ਵੀ ਜੋੜਿਆ ਹੈ। ਇਸੇ ਤਰ੍ਹਾਂ ਆਪਾਂ ਸੰਨ ਸਾਹਿਬ ਗੁਰਦੁਆਰੇ ਸਾਹਿਬ ਜਾਂਦੇ ਹਾਂ, ਉੱਥੇ ਵੀ ਬਚਨ ਹੈ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਕੇ ਇੱਥੋਂ ਨਿਕਲੇਗਾ 84 ਤੋਂ ਮੁਕਤ ਹੋ ਜਾਏਗਾ। ਸਿੱਖ ਨੂੰ ਸਤਿਗੁਰਾਂ ਦੇ ਬਚਨ ਦੇ ਉੱਪਰ ਇੰਨਾ ਕੁ ਭਰੋਸਾ ਹੋਣਾ ਚਾਹੀਦਾ ਕਿ ਜੋ ਸਤਿਗੁਰੂ ਨੇ ਕਹਿ ਦਿੱਤਾ ਮੰਨ ਲਓ ਵੀ ਉਹ ਅਟਲ ਹੈ, ਉਸ ਨੂੰ ਫੇਰਿਆ ਮੋੜਿਆ ਨਹੀਂ ਜਾ ਸਕਦਾ। ਇੱਕ ਪਾਸੇ ਤੇ ਸਤਿਗੁਰੂ ਦਾ ਕਹਿਣਾ ਹੈ, ਦੂਜੇ ਪਾਸੇ ਨਾਲ ਜਪਜੀ ਸਾਹਿਬ ਦੀ ਗੁਰਬਾਣੀ ਦਾ ਪਾਠ ਵੀ ਮਹਾਰਾਜ ਕਹਿ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ। ਜਦੋਂ ਦੋ ਦੋ ਦਾਤਾਂ ਸਿੱਖਾਂ ਤੇਰੇ ਕੋਲ ਨੇ, ਫਿਰ ਤੇਰੀ ਮੁਕਤੀ ਕਿਵੇਂ ਨਹੀਂ ਹੋਵੇਗੀ, 84 ਕਿਵੇਂ ਨਹੀਂ ਕੱਟੀ ਜਾਏਗੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ 68 ਤੀਰਥ ਨਾਮ ਪ੍ਰਭ, ਪਰਮੇਸ਼ਰ ਦਾ ਨਾਮ ਜਪੇਗਾ 68 ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲੇਗਾ। ਪਰ ਜਿਸ ਨਾਨਕ ਮਸਤਕ ਭਾਗ, ਇਹ ਨਾਮ ਸਾਰਿਆਂ ਨੂੰ ਨਹੀਂ ਮਿਲਦਾ, ਇਹ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਦੇ ਮੱਥੇ 'ਤੇ ਸ੍ਰੇਸ਼ਟ ਭਾਗ ਪ੍ਰਮਾਤਮਾ ਨੇ ਲਿਖੇ ਨੇ। ਜਿਸ ਨਾਨਕ ਮਸਤਕ ਭਾਗ ਜਿਹਦੇ ਮੱਥੇ 'ਤੇ ਕਰਮ ਲਿਖਿਆ, ਨਾਮ ਉਹਦੇ ਕੋਲੋਂ ਜਪਿਆ ਜਾਣਾ, ਦੂਜੇ ਕੋਲੋਂ ਜਪਿਆ ਹੀ ਨਹੀਂ ਜਾਣਾ ਹੈ। ਪਰ ਜਿਹਨੇ ਜਪਿਆ 68 ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਪ੍ਰਾਪਤ ਕਰਦਾ ਹੈ। ਪੌੜੀ ਨਿਤ ਜਪਿਆ ਸਾਸ ਗਰਾਸ, ਨਾਉ ਪਰਵਦਗਾਰ ਦਾ। ਜਿਹੜਾ ਅਕਾਲ ਪੁਰਖ ਹੈ ਨਾ, ਪਰਵਦਗਾਰ ਤੋਂ ਭਾਵ ਹੁੰਦਾ ਸਾਰਿਆਂ ਨੂੰ ਪਾਲਣ ਵਾਲਾ। ਮੁਸਲਮਾਨ ਲੋਕ ਖੁਦਾ ਨੂੰ ਪਰਵਦਗਾਰ ਕਹਿੰਦੇ, ਤੇ ਪਰਵਦਗਾਰ ਦੇ ਅਰਥ ਨੇ ਸਮਝਣ ਵਾਸਤੇ ਸਾਰਿਆਂ ਦੀ ਜੋ ਪਾਲਣਾ ਕਰਦਾ ਉਸ ਨੂੰ ਪਰਵਦਗਾਰ ਕਿਹਾ ਜਾਂਦਾ। ਤੇ ਪਾਤਸ਼ਾਹ ਕਹਿਣ ਲੱਗੇ ਨਿਤ ਜਪੀਏ। ਸਾਡਾ ਸਵਾਲ ਹੈ ਨਾਮ ਕਦੋਂ ਜਪੀਏ। ਭਾਵੇਂ ਅਸੀਂ ਜਪੀਏ ਤੇ ਭਾਵੇਂ ਨਾਮ ਜਪੀਏ, ਪਰ ਸਵਾਲ ਜ਼ਰੂਰ ਹੈ ਨਾਮ ਕਦੋਂ ਜਪੀਏ। ਮਹਾਰਾਜ ਕਹਿਣ ਲੱਗੇ ਨਿਤ ਜਪੀਏ। ਨਿਤਾ ਪ੍ਰਤੀ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ। ਨਿਤ ਉੱਠ, ਹਰ ਰੋਜ਼ ਉੱਠ ਕੇ ਪਰਮੇਸ਼ਰ ਦੀ ਬਾਣੀ ਨੂੰ ਗਾ, ਉਹਦੀ ਗੁਰਬਾਣੀ ਨੂੰ ਪੜ੍ਹ। ਪਾਤਸ਼ਾਹ ਕਹਿਣ ਲੱਗੇ ਨਿਤ ਜਪੀਏ। ਤੇ ਫਿਰ ਅੱਗੇ ਬਚਨ ਕਰਦੇ ਸਾਸ ਗਿਰਾਸ। ਸਾਸ ਸਾਹ ਲੈਂਦੇ ਆ ਤੇ ਗਰਾਸ ਸਾਹ ਨੂੰ ਬਾਹਰ ਕੱਢਦੇ ਆ। ਵਾਹਿਗੁਰੂ ਵਾਹਿਗੁਰੂ, ਸਾਹ ਅੰਦਰ ਨੂੰ ਲਿਆ ਤੇ ਵਾਹੇ ਸ਼ਬਦ ਉਚਾਰਿਆ, ਸਾਹ ਬਾਹਰ ਨੂੰ ਕੱਢਿਆ ਤੇ ਗੁਰੂ ਸ਼ਬਦ ਨਿਕਲਿਆ। ਜਿਵੇਂ ਜਿਵੇਂ ਤੇਰੇ ਸਵਾਸਾਂ ਦੀ ਲੜੀ ਚੱਲੇਗੀ, ਉਵੇਂ ਉਵੇਂ ਵਾਹਿਗੁਰੂ ਮੰਤਰ ਦਾ ਚਿੰਤਨ ਆਪਣੇ ਆਪ ਹੋਵੇਗਾ। ਸਾਹ ਲੈਣਾ ਤੂੰ ਭੁੱਲ ਨਹੀਂ ਸਕਦਾ, ਤੇ ਸਾਹ ਦੇ ਨਾਲ ਫਿਰ ਨਾਮ ਵੀ ਤੈਨੂੰ ਭੁੱਲੇਗਾ ਨਹੀਂ, ਪਰ ਜੇ ਤੂੰ ਇਹ ਅਵਸਥਾ ਬਣਾ ਲਈ। ਪਾਤਸ਼ਾਹ ਕਹਿਣ ਲੱਗੇ ਜਪੀਏ ਸਾਸ ਗਰਾਸ। ਹਰੇਕ ਸਾਹ ਦੇ ਆਉਂਦੇ ਆ, ਹਰੇਕ ਸਾਹ ਦੇ ਜਾਂਦੇ ਆ। ਜਿਹੜਾ ਸਾਰਿਆਂ ਨੂੰ ਪਾਲਣ ਵਾਲਾ, ਉਹਦੇ ਨਾਮ ਨੂੰ ਜਪਣਾ ਕਰੀਏ। ਜਿਸਨੋ ਕਰੇ ਰਹਮ ਤਿਸਨਾ ਵਿਸਾਰਦਾ। ਗੁਰਮੁਖੋ ਰਹਮ ਨਾਮ ਹੈ ਦਇਆ ਦਾ, ਜਿਹਦੇ ਉੱਪਰ ਦਇਆ ਕਰਦਾ ਹੈ, ਜਿਹਦੇ ਤੇ ਮਿਹਰ ਕਰਦਾ ਹੈ, ਜਿਹਦੇ ਤੇ ਤਰਸ ਕਰਦਾ ਹੈ। ਜਿਸ ਨੂੰ ਕਰੇ ਰਹਮ, ਜਿਹਦੇ ਤੇ ਰਹਿਮ ਕਰਦਾ ਹੈ, ਤਿਸ ਨਾ ਵਿਸਾਰਦਾ, ਉਹਨੂੰ ਕਦੇ ਭੁਲਾਉਂਦਾ ਨਹੀਂ ਹੈ, ਜਾਂ ਕਦੇ ਉਹ ਜੀਵ ਭੁੱਲਦਾ ਨਹੀਂ ਹੈ। ਸੋ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਜਿਹਦੇ ਤੇ ਦਇਆ ਹੋਈ ਹੈ, ਜਿਹਦੇ ਤੇ ਮਿਹਰ ਹੋਈ ਹੈ, ਉਹਨੂੰ ਕਦੇ ਉਹ ਭੁਲਾਉਂਦਾ ਨਹੀਂ, ਉਹਦੇ ਮਨ ਵਿੱਚੋਂ ਕਦੇ ਆਪਣੇ ਆਪ ਨੂੰ ਵਿਸਰਨ ਨਹੀਂ ਦਿੰਦਾ ਹੈ। ਐਸੀ ਬਖਸ਼ਿਸ਼ ਉਸ ਨੂੰ ਪ੍ਰਾਪਤ ਹੁੰਦੀ ਹੈ। ਆਪ ਪਾਵਨਹਾਰ ਆਪੇ ਹੀ ਮਾਰਦਾ। ਆਪ ਹੀ ਉਹ ਸਾਰਿਆਂ ਜੀਵਾਂ ਨੂੰ ਉਪਾਵਨਹਾਰ, ਪੈਦਾ ਕਰਨ ਵਾਲਾ ਹੈ। ਪੈਦਾ ਵੀ ਆਪ ਕਰਦਾ ਹੈ, ਜਨਮ ਵੀ ਆਪ ਦਿੰਦਾ ਪਿਆ ਹੈ। ਜਦੋਂ ਉਮਰਾਂ ਪੂਰੀ ਹੋ ਜਾਂਦੀ ਹੈ, ਜੀਵ ਦੇ ਕਰਮ ਪੂਰੇ ਹੋ ਜਾਂਦੇ, ਫਿਰ ਆਪ ਹੀ ਮਾਰਦਾ। ਫਿਰ ਮਾਰਨ ਵਾਲਾ ਵੀ ਆਪ ਹੈ। ਮਾਰੈ ਰਾਖੈ ਏਕੋ ਆਪ। ਮਾਰਨ ਵਾਲਾ ਵੀ ਉਹ ਹੈ, ਰੱਖਣ ਵਾਲਾ ਵੀ ਇੱਕ ਹੀ ਹੈ। ਪਰ ਅਸੀਂ ਰੱਖਣ ਵਾਲੇ ਦੀ ਜੈ ਜੈਕਾਰ ਕਰਦੇ ਹਾਂ, ਰੱਖਣ ਵਾਲੇ ਨੂੰ ਤੇ ਜਪਦੇ ਹਾਂ, ਜਨਮ ਦੇਣ ਵਾਲੇ ਦਾ ਤੇ ਸ਼ੁਕਰ ਕਰਦੇ ਹਾਂ। ਪਰ ਜਿਹੜਾ ਮਾਰਨ ਵਾਲਾ ਉਹਦੇ ਤੋਂ ਭੈ ਖਾਂਦੇ ਹਾਂ। ਪਰ ਅਸਲ ਵਿੱਚ ਗੱਲ ਇਹ ਹੈ, ਰੱਖਣ ਵਾਲਾ ਵੀ ਉਹ ਆਪ ਹੈ, ਮਾਰਨ ਵਾਲਾ ਵੀ ਉਹ ਆਪ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਮਹਾਰਾਜ ਕਹਿਣ ਲੱਗੇ ਭਾਈ
ਸੋ ਆਪ ਉਪਾਵਨਹਾਰ ਆਪੇ ਹੀ ਮਾਰਦਾ। ਪੈਦਾ ਕਰਨ ਵਾਲਾ ਵੀ ਆਪ ਹੈ, ਮਾਰਨ ਵਾਲਾ ਵੀ ਆਪ ਹੈ। ਸਭ ਕਿਛ ਜਾਣੈ ਜਾਣ ਬੁੱਝ ਵਿਚਾਰ ਦਾ। ਜਾਣੀ ਜਾਣ ਪ੍ਰਮਾਤਮਾ ਸਭ ਕੁਝ ਜਾਣਦਾ ਹੈ। ਤੈਨੂੰ ਉਹਦੇ ਅੱਗੇ ਜਾ ਕੇ ਦਰਖਾਸਤ ਦੇਣ ਦੀ ਲੋੜ ਨਹੀਂ ਹੈ ਕਿ ਮੈਨੂੰ ਇਹ ਮੁਸੀਬਤ ਹੈ, ਮੈਨੂੰ ਇਹ ਦੁੱਖ ਹੈ, ਮੇਰਾ ਦੂਰ ਕਰ। ਨਹੀਂ, ਉਹ ਆਪਣੇ ਆਪ ਸਭ ਕੁਝ ਜਾਣਦਾ ਹੈ। ਤੇਰੇ ਬਿਨਾਂ ਦੱਸਿਆ, ਬਿਨ ਬੋਲਿਆ ਸਭ ਕੁਝ ਜਾਣਦਾ। ਤੇਰੇ ਬੋਲਣ ਤੋਂ ਬਿਨਾਂ ਉਹ ਜਾਣਦਾ ਹੈ ਤੇਰੀ ਫਰਿਆਦ ਕੀ ਹੈ, ਤੇਰਾ ਦੁੱਖ ਕੀ ਹੈ। ਤੇ ਪਾਤਸ਼ਾਹ ਕਹਿਣ ਲੱਗੇ ਬੁੱਝ ਵਿਚਾਰਦਾ। ਜੀਵ ਦੇ ਕਰਮਾਂ ਨੂੰ ਬੁੱਝ ਕੇ, ਜਾਣ ਕੇ ਫਿਰ ਉਹਨਾਂ ਦੀ ਵਿਚਾਰ ਵੀ ਕਰਦਾ। ਕਰਮਾਂ ਦੀ, ਕਿਹਨੂੰ ਸੁੱਖ ਦੇਣਾ, ਕਿਹਨੂੰ ਦੁੱਖ ਦੇਣਾ, ਕਿਹਨੂੰ ਜਨਮ ਦੇਣਾ, ਕਿਹਨੂੰ ਮੌਤ ਦੇਣੀ ਹੈ, ਕਿਹਨੂੰ ਖੁਸ਼ੀ ਦੇਣੀ, ਕਿਹਨੂੰ ਗਮ ਦੇਣਾ ਹੈ। ਤੇਰੇ ਕਰਮਾਂ ਦੇ ਮੁਤਾਬਕ ਵਿਚਾਰ ਕੇ ਉਹ ਸਾਰੀਆਂ ਬਖਸ਼ਿਸ਼ਾਂ ਕਰਦਾ ਹੈ। ਅਨੇਕ ਰੂਪ ਖਿਨਮਾ ਹੈ ਕੁਦਰਤ ਧਾਰਦਾ। ਕੁਦਰਤੀ ਜੋ ਪਰਮਾਤਮਾ ਹੈ, ਜਿਹੜਾ ਪਰਮਾਤਮਾ ਕੁਦਰਤ ਵਿੱਚ ਵਸਿਆ ਹੋਇਆ ਹੈ, ਕਹਿਣ ਲੱਗੇ ਇੱਕ ਖਿਣ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਰੂਪ ਧਾਰਨ ਕਰ ਸਕਦਾ ਹੈ। ਇੱਕ ਛਿਣ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਰੂਪ ਧਾਰਦਾ ਹੈ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਇੱਕ ਛਿਣ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਮਨੁੱਖਾਂ ਨੂੰ, ਕਿਤੇ ਕਿੰਨੇ ਕੁ ਪੰਛੀਆਂ ਨੂੰ, ਕਿੰਨੇ ਕੁ ਪਸ਼ੂਆਂ ਨੂੰ ਉਹ ਜਨਮ ਦਿੰਦਾ ਹੈ। ਜਿਨ੍ਹਾਂ ਨੂੰ ਉਹ ਜਨਮ ਦਿੰਦਾ ਪਿਆ ਉਹਨਾਂ ਦੇ ਵਿੱਚ ਆਪਣਾ ਰੂਪ ਉਸਨੇ ਆਪ ਹੀ ਬਖਸ਼ਿਸ਼ ਕੀਤਾ ਹੋਇਆ ਹੈ। ਆਪਣੀ ਚੇਤਨ ਸਤਾ ਆਪ ਹੀ ਉਹਨਾਂ ਦੇ ਵਿੱਚ ਪਾਈ ਹੋਈ ਹੈ। ਉਹ ਪਰਮਾਤਮਾ ਇੱਕ ਖਿਣ ਦੇ ਵਿੱਚ ਆਪਣੀ ਚੇਤਨ ਸਤਾ ਬਖਸ਼ਿਸ਼ ਕਰਕੇ, ਆਤਮਾ ਬਖਸ਼ਿਸ਼ ਕਰਕੇ ਪਤਾ ਨਹੀਂ ਕਿੰਨਿਆਂ ਕੁ ਨੂੰ ਜਨਮ ਦੇ ਕੇ ਪਾਲਦਾ ਹੈ। ਜਿਸਨੋ ਲਾਏ ਸੱਚ ਤਿਸ ਹੈ ਉਧਾਰ ਦਾ। ਸੱਚ ਦੇ ਨਾਲ ਜੋੜਦਾ। ਸੱਚ ਕੀ ਹੈ? ਆਦ ਸੱਚ, ਜੁਗਾਦ ਸੱਚ। ਪਰਮਾਤਮਾ ਦਾ ਕੇਵਲ ਨਾਮ ਸੱਚ ਹੈ। ਜਿਨ੍ਹਾਂ ਨੂੰ ਸੱਚ ਨਾਮ ਦੇ ਨਾਲ ਜੋੜਦਾ ਤੇ ਪਾਤਸ਼ਾਹ ਕਹਿਣ ਲੱਗੇ ਉਹਨਾਂ ਨੂੰ ਉਧਾਰ ਦਿੰਦਾ ਹੈ, ਉਹਨਾਂ ਦਾ ਉਧਾਰ ਕਰ ਦਿੰਦਾ ਹੈ, ਉਹਨਾਂ ਨੂੰ ਮੁਕਤ ਕਰ ਦਿੰਦਾ ਹੈ, ਉਹਨਾਂ ਨੂੰ ਜਨਮਾਂ ਵਿੱਚੋਂ ਬਾਹਰ ਕੱਢ ਲੈਂਦਾ ਹੈ। ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ। ਜਿਹਦੇ ਵੱਲ ਪਰਮਾਤਮਾ ਹੋ ਜਾਵੇ, ਵੱਲ ਤੋਂ ਭਾਵ ਹੈ ਜਿਹਦੇ ਤਰਫ ਹੋ ਜਾਵੇ। ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਸ਼ੰਦਾ। ਜਿਹਦੇ ਉਹ ਵੱਲ ਹੋ ਗਿਆ, ਜਿਹਦੇ ਉਹ ਤਰਫ ਹੋ ਗਿਆ, ਜਿਹਦੀ ਸਾਈਡ ਲੈਣ ਲੱਗ ਪਿਆ, ਜਿਹਦੇ ਪਕਸ਼ ਵਿੱਚ ਹੋ ਗਿਆ ਪਰਮਾਤਮਾ, ਸੋ ਕਦੇ ਨਾ ਹਾਰਦਾ। ਉਹ ਕਦੇ ਮਨੁੱਖਾ ਜਨਮ ਦੀ ਬਾਜੀ ਹਾਰ ਕੇ ਜਾਂਦਾ ਹੀ ਨਹੀਂ ਹੈ, ਉਹ ਇੱਥੋਂ ਜਿੱਤ ਕੇ ਜਾਂਦਾ ਹੈ। ਸਦਾ ਭਗ ਦੀਵਾਨ ਹੈ ਹੋ ਤਿਸ ਨਮਸਕਾਰ ਦਾ। ਗੁਰੂ ਪਾਤਸ਼ਾਹ ਕਹਿਣ ਲੱਗੇ ਉਹਦਾ ਜਿਹੜਾ ਦੀਵਾਨ ਨਾਮ ਆਸਰੇ ਦਾ ਹੈ। ਪਰਮਾਤਮਾ ਦਾ ਜਿਹੜਾ ਆਸਰਾ ਹੈ ਉਹ ਅਭੰਗ ਹੈ, ਨਾਸ ਤੋਂ ਰਹਿਤ ਹੈ। ਦੁਨੀਆ ਦੇ ਲੋਕ ਬੰਦੇ ਦਾ ਆਸਰਾ ਰੱਖ ਕੇ ਤੁਰਦੇ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਬੰਦਾ ਤਖਤ 'ਤੇ ਹੈ, ਗੱਦੀ 'ਤੇ ਹੈ, ਅਹੁਦੇ 'ਤੇ ਹੈ। ਉਹ ਤਖਤ ਵਾਲਾ, ਉਹ ਗੱਦੀ ਵਾਲਾ ਮਰੇਗਾ, ਨਾਲ ਹੀ ਉਹਦਾ ਆਸਰਾ ਟੁੱਟ ਜਾਏਗਾ। ਜਾਂ ਰਿਸ਼ਤਾ ਟੁੱਟ ਗਿਆ ਤਾਂ ਉਹਦਾ ਜਿਹੜਾ ਸੰਬੰਧ ਹੈ ਉਹ ਟੁੱਟ ਜਾਏਗਾ। ਪਾਤਸ਼ਾਹ ਕਹਿਣ ਲੱਗੇ ਗੁਰਮੁਖਾਂ ਨੂੰ ਆਸਰਾ ਪਰਮਾਤਮਾ ਦਾ ਹੈ, ਉਹਦੇ ਆਸਰੇ ਨੇ। ਕਿਉਂਕਿ ਨਾ ਉਹਨੇ ਕਦੇ ਮਰਨਾ, ਨਾ ਉਹਨੇ ਕਿਤੇ ਜਾਣਾ, ਨਾ ਉਹਨੂੰ ਕਦੇ ਘਾਟਾ ਪੈਣਾ। ਸਦਾ ਅਭੰਗ ਦੀਵਾਨ ਹੈ। ਦੀਵਾਨ ਨਾਮ ਆਸਰੇ ਦਾ। ਜਿਨ੍ਹਾਂ ਨੇ ਰੱਬ ਦਾ ਆਸਰਾ ਲਿਆ, ਪਰਮਾਤਮਾ ਦਾ ਆਸਰਾ ਕਦੇ ਟੁੱਟਣ ਵਾਲਾ ਨਹੀਂ ਹੈ, ਕਦੇ ਖਤਮ ਹੋਣ ਵਾਲਾ ਨਹੀਂ, ਕਿਉਂਕਿ ਉਹ ਸਦਾ ਆਪ ਰਹਿਣ ਵਾਲਾ। ਐਸੇ ਪਰਮਾਤਮਾ ਦੇ ਚਰਨਾਂ 'ਤੇ ਹਾਂ ਨਮਸਕਾਰ ਦਾ। ਮੈਂ ਉਸ ਨੂੰ ਨਮਸਕਾਰਾਂ ਕਰਦਾ ਹਾਂ, ਮੈਂ ਉਹਦੇ ਅੱਗੇ ਸੀਸ ਝੁਕਾਉਂਦਾ ਹਾਂ। ਸ਼ਲੋਕ ਮਹੱਲਾ ਪੰਜਵਾ। ਕਾਮ ਕ੍ਰੋਧ ਲੋਭ ਛੋੜੀਐ ਦੀਜੇ ਅਗਨ ਜਲਾਏ। ਕਹਿਣ ਲੱਗੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹ ਜਿਹੜੇ ਪੰਜ ਵਿਕਾਰ ਨੇ ਇਹਨਾਂ ਨੂੰ ਛੱਡ ਦੇ। ਦੀਜਾ ਅਗਨ ਜਲਾਏ, ਬ੍ਰਹਮ ਦ੍ਰਿਸ਼ਟੀ ਰੂਪ ਅੱਗ ਦੇ ਨਾਲ ਸਾੜ ਦੇ। ਜਿਨ੍ਹਾਂ ਨੂੰ ਬ੍ਰਹਮ ਗਿਆਨ ਹੋ ਗਿਆ ਉਹਨਾਂ ਦੇ ਵਿਕਾਰ ਆਪਣੇ ਆਪ ਹੀ ਮੱਚ ਗਏ। ਬ੍ਰਹਮ ਗਿਆਨ ਦੀ ਅਵਸਥਾ ਤੋਂ ਥੱਲੇ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਿਕਾਰ ਚਿੰਬੜੇ ਹੋਏ ਨੇ। ਤੇ ਮਹਾਰਾਜ ਨੇ ਆਖਿਆ ਜਿੰਨਾ ਚਿਰ ਇਹ ਵਿਕਾਰ ਚਿੰਬੜੇ ਨਹੀਂ ਉਹਨਾਂ ਚਿਰ ਜਨਮਾਂ ਦੇ ਵਿੱਚ ਹੈ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪੀ ਆਵੈ ਇਹੋ ਰਸ।
ਅਕਥ ਕਥਾ ਤਿਨ ਜਾਣੀ। ਪਰ ਜਿਨ੍ਹਾਂ ਦੇ ਕੋਲ ਪੱਕਾ ਨਿਤਨੇਮ ਹੈ, ਜਿਨ੍ਹਾਂ ਦੇ ਕੋਲ ਪੱਕਾ ਵਾਹਿਗੁਰੂ ਦਾ ਮੰਤਰ ਹੈ, ਜਿਹੜੇ ਹਰ ਵੇਲੇ ਉਸ ਦੇ ਜਪਦੇ ਰਹਿੰਦੇ ਜਾਪ ਨੂੰ, ਜਿਹੜੇ ਵਜ੍ਰਕ ਰਹਿ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੀ ਬੈਠੇ ਨੇ, ਪਾਤਸ਼ਾਹ ਕਹਿੰਦੇ ਉਹਨਾਂ ਦੇ ਉੱਪਰ ਫਿਰ ਮਿਹਰ ਇਹੋ ਜਿਹੀ ਕਰਦਾ, ਭਾਵੇਂ ਥੋੜ੍ਹੇ ਸਮੇਂ ਵਾਸਤੇ ਤੇ ਭਾਵੇਂ ਬਹੁਤੇ ਸਮੇਂ ਵਾਸਤੇ ਬ੍ਰਹਮ ਗਿਆਨ ਦੀ ਅਵਸਥਾ ਬਖਸ਼ਿਸ਼ ਕਰਕੇ ਉਹਨਾਂ ਨੂੰ ਸੰਸਾਰ ਵਿੱਚੋਂ ਕੱਢ ਲੈਂਦਾ ਹੈ। ਕਾਮ ਕ੍ਰੋਧ ਪਾਤਸ਼ਾਹ ਕਹਿਣ ਲੱਗੇ ਲੋਭ ਛੋਡੀਐ ਦੀਜੈ ਅਗਨ ਜਲਾਏ। ਬ੍ਰਹਮ ਦ੍ਰਿਸ਼ਟੀ ਰੂਪ ਅੱਗ ਦੇ ਵਿੱਚ, ਅਗਨੀ ਦੇ ਵਿੱਚ ਭਾਵ ਕਿ ਬ੍ਰਹਮ ਗਿਆਨ ਦੀ ਦਾਤ ਨੂੰ ਪ੍ਰਾਪਤ ਕਰਕੇ ਇਹਨਾਂ ਵਿਕਾਰਾਂ ਨੂੰ ਸਾੜ ਦੇਣਾ ਕਰ। ਜੀਵਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ। ਜਿੰਨਾ ਚਿਰ ਤੂੰ ਜਿਉਂਦਾ ਹੈ, ਜਿੰਨਾ ਚਿਰ ਤੇਰੇ ਸਾਹ ਚੱਲਦੇ ਨੇ, ਉਹ ਸੱਚੇ ਦੇ ਨਾਮ ਨੂੰ ਭਾਈ ਜਪਣਾ ਕਰ, ਹਰ ਵੇਲੇ ਉਹਦੇ ਨਾਮ ਨੂੰ ਜਪਿਆ ਕਰ। ਨਾਮ ਉਹਨਾਂ ਚਿਰ ਜਪ ਜਿੰਨਾ ਚਿਰ ਤੇਰੇ ਸਵਾਸ ਚੱਲਦੇ ਪਏ। ਬਾਬਾ ਬੁੱਢਾ ਸਾਹਿਬ ਜੀ ਆਪਣਾ ਸਰੀਰ ਛੱਡਣ ਲੱਗੇ ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਸੁਨੇਹਾ ਭੇਜਿਆ, ਮਹਾਰਾਜ ਮੇਰੇ ਮਨ ਦੀ ਤਮੰਨਾ ਹੈ ਕਿ ਜਦੋਂ ਮੈਂ ਸਰੀਰ ਛੱਡਾਂ ਤੁਸੀਂ ਮੇਰੇ ਕੋਲ ਹੋਵੋ। ਉਸ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਝੱਟ ਪਹੁੰਚੇ ਬਾਬਾ ਬੁੱਢਾ ਸਾਹਿਬ ਜੀਆਂ ਦੇ ਨਿਵਾਸ ਸਥਾਨ ਤੇ ਬਾਬਾ ਬੁੱਢਾ ਸਾਹਿਬ ਜੀਆਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਸਤਿਗੁਰਾਂ ਨੇ ਆਪਣੇ ਮੁਖ ਤੋਂ ਬਚਨ ਬਖਸ਼ਿਸ਼ ਕੀਤਾ, ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਜਿੰਨੇ ਕੁ ਸਵਾਸ ਬਾਕੀ ਨੇ ਵਾਹਿਗੁਰੂ ਮੰਤਰ ਦਾ ਜਾਪ ਕਰੋ। ਤੇ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਦੇ ਨੇਤਰ ਗੁਰੂ ਹਰਗੋਬਿੰਦ ਪਾਤਸ਼ਾਹ ਵੱਲ ਲੱਗੇ ਹੋਏ ਤੇ ਜ਼ੁਬਾਨ ਤੋਂ ਵਾਹਿਗੁਰੂ ਮੰਤਰ ਚੱਲਦਾ ਪਿਆ। ਜਿੰਨੇ ਵੀ ਸਵਾਸ ਸਨ ਉਹ ਸਵਾਸ ਜਪਦਿਆਂ, ਨਾਮ ਜਪਦਿਆਂ ਸਵਾਸ ਪੂਰੇ ਕੀਤੇ ਔਰ ਅਖੀਰ ਤੱਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਸ਼ਨ ਕਰਦੇ ਰਹੇ, ਜਿੰਨਾ ਚਿਰ ਸੰਸਾਰ ਵਿੱਚ ਜੀਵਨ ਪ੍ਰਾਪਤ ਹੋਇਆ। ਸੋ ਪਾਤਸ਼ਾਹ ਕਹਿਣ ਲੱਗੇ ਜਿੰਨਾ ਚਿਰ ਤੇਰੀ ਜ਼ਿੰਦਗੀ ਹੈ ਨਾ ਭਾਈ ਪਿਆਰਿਆ, ਨਾਨਕ ਨਾਮ ਅਰਾਧਿਆ, ਨਾਮ ਨੂੰ ਜਪਣਾ ਕਰ। ਜੀਵਦਿਆਂ ਨਿਤ ਜਾਪੀਐ ਨਾਨਕ ਸਾਚਾ ਨਾਉ। ਜਿੰਨਾ ਚਿਰ ਜਿਉਣਾ ਜ਼ਿੰਦਗੀ ਮਿਲੀ ਹੈ ਸੱਚੇ ਦੇ ਨਾਮ ਨੂੰ ਜਪਣਾ ਕਰ। ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਏ। ਮਹੱਲਾ ਪੰਜਵਾਂ। ਪਰਮਾਤਮਾ ਦੇ ਨਾਮ ਨੂੰ ਸਿਮਰਦਿਆਂ ਸਿਮਰਦਿਆਂ ਜਿੰਨੇ ਦੁਨੀਆ ਦੇ ਤਮਾਮ ਫਲ ਨੇ ਪ੍ਰਾਪਤ ਹੁੰਦੇ ਨੇ, ਧਰਮ ਅਰਥ ਕਾਮ ਤੇ ਮੋਖ, ਵਿਦਵਾਨਾਂ ਨੇ ਇਹਨਾਂ ਫਲਾਂ ਨੂੰ ਵੱਖ-ਵੱਖ ਤਰੀਕੇ ਨਾਲ ਵੰਡਿਆ ਹੈ। ਨਾਮ ਜਪ ਕੇ ਧਰਮ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜਾ ਬੰਦਾ ਕਹਿੰਦਾ ਨਾ ਮੈਂ ਧਰਮੀ ਨਹੀਂ, ਮੈਂ ਨਾਸਤਕ ਹਾਂ, ਜੋ ਨਾਸਤਕ ਬੁੱਧੀ ਵਾਲਾ ਵੀ ਨਾਮ ਜਪੇ ਤੇ ਧਰਮੀ ਬਣ ਜਾਂਦਾ ਹੈ, ਪਾਪੀ ਵੀ ਧਰਮੀ ਬਣ ਜਾਂਦਾ। ਧਰਮ ਦੀ ਪ੍ਰਾਪਤੀ ਹੁੰਦੀ ਹੈ। ਧਰਮ ਅਰਥ, ਅਰਥ ਨਾਮ ਹੈ ਤੇਰੀਆਂ ਲੋੜਾਂ ਦਾ, ਤੇਰੀਆਂ ਲੋੜਾਂ ਵੀ ਪੂਰੀਆਂ ਹੋ ਜਾਂਦੀਆਂ। ਤੇ ਕਾਮ ਨਾਮ ਹੈ ਮੁੱਖ ਕਾਮਨਾ ਰੱਖੀ ਹੋਈ, ਮੈਨੂੰ ਇਹ ਕੁਝ ਮਿਲੇ, ਕਾਮਨਾ ਵੀ ਪੂਰੀ ਹੁੰਦੀ ਹੈ ਤੇ ਮੋਖ ਮੋਕਸ਼ ਵੀ ਮਿਲਦਾ ਹੈ, ਮੁਕਤੀ ਵੀ ਮਿਲਦੀ ਹੈ। ਪਰਮੇਸ਼ਰ ਦਾ ਨਾਮ ਜਪਦਿਆਂ ਜਪਦਿਆਂ ਸਾਰੇ ਫਲ ਮਿਲ ਜਾਂਦੇ ਹਨ। ਨਾਨਕ ਨਾਮ ਅਰਾਧਿਆ ਗੁਰਪੂਰਾ ਦਿਆ ਮਿਲਾਏ। ਪੂਰਿਆਂ ਗੁਰਾਂ ਨੇ ਬਖਸ਼ਿਸ਼ ਕਰਕੇ ਨਾਮ ਦੀ ਖੈਰ ਝੋਲੀ ਵਿੱਚ ਪਾਈ ਹੈ, ਉਹਨਾਂ ਗੁਰਮੁਖਾਂ ਨੇ ਨਾਮ ਜਪਿਆ ਹੈ। ਪੌੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ। ਜਿਨ੍ਹਾਂ ਨੂੰ ਭਾਈ ਗੁਰੂ ਨੇ ਉਪਦੇਸ਼ ਦਿੱਤਾ ਹੈ ਤੇ ਜਿਨ੍ਹਾਂ ਨੇ ਗੁਰੂ ਦੇ ਕੋਲੋਂ ਉਪਦੇਸ਼ ਲਿਆ ਹੈ ਉਹ ਸੰਸਾਰ ਵਿੱਚ ਮੁਕਤ ਨੇ। ਸਾਡਾ ਇੱਕ ਸਵਾਲ ਹੈ ਵੀ ਸੰਸਾਰ ਵਿੱਚੋਂ ਮੁਕਤ ਕੌਣ ਹੋਵੇਗਾ? ਤੁਸੀਂ ਕਿਸੇ ਨੂੰ ਪੁੱਛ ਲਓ, ਹਰੇਕ ਬੰਦਾ ਦਾਅਵਾ ਕਰਦਾ ਮੈਂ ਮੁਕਤ ਹੋ ਜਾਵਾਂਗਾ। ਸਤਿਗੁਰੂ ਨੂੰ ਪੁੱਛਿਆ ਮਹਾਰਾਜ ਮੁਕਤ ਕੌਣ ਹੋਵੇਗਾ? ਕਹਿਣ ਲੱਗੇ ਮੁਕਤ ਹੋਵੇਗਾ ਉਹ ਸੋ ਮੁਕਤਾ ਸੰਸਾਰ, ਸੰਸਾਰ ਵਿੱਚ ਉਹ ਮੁਕਤ ਉਹ ਹੈ ਜੇ ਗੁਰੂ ਉਪਦੇਸਿਆ, ਜਿਹਨੂੰ ਗੁਰੂ ਨੇ ਉਪਦੇਸ਼ ਦਿੱਤਾ ਹੈ, ਜਿਹਨੇ ਗੁਰੂ ਕੋਲੋਂ ਉਪਦੇਸ਼ ਲਿਆ, ਜਿਹੜਾ ਗੁਰੂ ਦੇ ਕਹਿਣੇ ਵਿੱਚ ਰਹਿ ਕੇ ਗੁਰੂ ਦੇ ਹੁਕਮ ਨੂੰ ਜਿਹਨੇ ਮੰਨਿਆ ਤੇ ਪਾਲਿਆ, ਉਹ ਮੁਕਤ ਹੋ ਜਾਂਦਾ ਹੈ। ਤਿਸ ਕੀ ਗਈ ਬਲਾਏ ਮਿਟੇ ਅੰਦੇਸਿਆ। ਇਸ ਦੀ ਅਵਿਦਿਆ ਰੂਪੀ ਬਲਾ ਖਤਮ ਹੋ ਜਾਂਦੀ ਹੈ। ਅਵਿਦਿਆ ਜਿਹੜੀ ਹੈ ਅੰਧ ਵਿਸ਼ਵਾਸ, ਅਗਿਆਨਤਾ, ਮਨਮੁਖਤਾਈ, ਇਹ ਮਨਮੁਖਤਾਈ ਦੀ ਅਵਿਦਿਆ ਜਿਹੜੀ ਹੈ ਇਹ ਬਲਾ ਖਤਮ ਹੋ ਜਾਂਦੀ ਹੈ। ਮਿਟੇ ਅੰਦੇਸਿਆ, ਜਿਹੜੇ ਮਨ ਵਿੱਚ ਸੰਸ਼ੇ ਸਨ, ਜਿਹੜੇ ਮਨ ਵਿੱਚ ਭਰਮ ਸਨ, ਉਹ ਵੀ ਮਿਟ ਜਾਂਦੇ, ਦੂਰ ਹੋ ਜਾਂਦੇ ਹਨ। ਤਿਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ। ਗੁਰਮੁਖ ਦੇ ਦਰਸ਼ਨ ਕਰਕੇ ਦੁਨੀਆ ਨਿਹਾਲ ਹੋ ਜਾਂਦੀ ਹੈ। ਆਪਣੇ ਆਪ ਨੂੰ ਨਿਹਾਲ ਕਰਨਾ
ਬੜੀ ਥੋੜ੍ਹੀ ਗੱਲ ਹੈ। ਜਿਹਦੇ ਸੰਸ਼ੇ ਖਤਮ ਹੋ ਗਏ ਨਾ, ਜਿਹਨੇ ਗੁਰੂ ਕੋਲੋਂ ਉਪਦੇਸ਼ ਲੈ ਕੇ ਕਮਾਈ ਕੀਤੀ ਹੈ, ਕਹਿੰਦੇ ਐਸੇ ਮਹਾਂਪੁਰਖ ਦੇ ਦਰਸ਼ਨ ਕਰਕੇ ਤੇ ਜਗਤ ਨਿਹਾਲ ਹੋ ਜਾਂਦਾ ਹੈ, ਸੰਸਾਰ ਨਿਹਾਲ ਹੋ ਜਾਂਦਾ ਹੈ। ਤਿਨ ਕੀ ਬਰਕਤ ਖਾਹੇ ਸੰਖ ਕਰੋੜੇ, ਬਾਣੀ ਦਾ ਬਚਨ ਹੈ। ਨਾਮ ਜਪਣ ਵਾਲਿਆਂ ਦੇ ਕੋਲ ਜਿਹੜੀਆਂ ਬਰਕਤਾਂ ਨੇ, ਬਖਸ਼ਿਸ਼ਾਂ ਨੇ, ਬੇਅੰਤ ਲੋਕ ਨੇ ਜਿਹੜੇ ਉਹਨਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਕੇ ਪ੍ਰਾਪਤ ਕਰਦੇ ਹਨ। ਜਨ ਕੈ ਸੰਗ ਨਿਹਾਲ ਪਾਪਾ ਮੈਲ ਧੋਏ, ਜਿਹੜੇ ਸਾਧੂ ਨੇ ਉਹਨਾਂ ਦੀ ਸੰਗਤ ਕਰਕੇ ਹੀ ਨਿਹਾਲ ਹੋ ਜਾਈਦਾ ਹੈ। ਤਨ ਮਨ ਹੋਏ ਨਿਹਾਲ, ਜਾਂ ਗੁਰੂ ਦੇਖਾ ਸਾਹਮਣੇ। ਜਾਂ ਮਹਾਰਾਜ ਜੀਆਂ ਦਾ ਬਚਨ ਹੈ, ਸਾਧ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਸਾਧੂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਵਰਸਦਾ। ਜਿਹੜਾ ਦ੍ਰਿਸ਼ਟੀ ਦੇ ਅੱਗੋਂ ਵੀ ਲੰਘ ਗਿਆ ਉਹ ਵੀ ਨਿਹਾਲ ਹੋ ਜਾਂਦੇ। ਜਨ ਕੈ ਸੰਗ ਨਿਹਾਲ, ਸਾਧੂਆਂ ਦੇ ਨਾਲ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਪੈ ਕੇ ਨਿਹਾਲ ਹੋ ਜਾਈਦਾ, ਤੇ ਪਾਪਾਂ ਦੀ ਮੈਲ ਗੁਰਮੁਖਾਂ ਦੇ ਨਾਲ ਰਹਿ ਕੇ ਕੱਟੀ ਜਾਂਦੀ ਹੈ। ਅੰਮ੍ਰਿਤ ਸਾਚਾ ਨਾਉ ਉਥੈ ਜਾਪੀਐ, ਮੈਲ ਕਿਉਂ ਕੱਟੀ ਜਾਂਦੀ ਹੈ? ਪਾਤਸ਼ਾਹ ਕਹਿੰਦੇ ਉੱਥੇ ਸਤ ਸੰਗਤ ਵਿੱਚ ਜਿੱਥੇ ਆਪ ਜੀ ਬੈਠੇ ਹੋ, ਇੱਥੇ ਅੰਮ੍ਰਿਤ ਨਾਮ ਪਰਮੇਸ਼ਰ ਦਾ ਜਪਿਆ ਜਾਂਦਾ। ਇਹ ਸਤ ਸੰਗਤ ਜਿੱਥੇ ਬੈਠੇ ਆ, ਇੱਥੇ ਕੇਵਲ ਨਾਮ ਦੀ ਗੱਲ ਹੋ ਰਹੀ ਹੈ, ਪਰਮੇਸ਼ਰ ਦੇ ਨਾਮ ਦੀ ਗੱਲ ਹੋ ਰਹੀ ਹੈ, ਨਾ ਕਿ ਕਿਸੇ ਬੰਦੇ ਦੇ ਨਾਮ ਦੀ ਗੱਲ, ਨਾ ਕਿ ਕਿਸੇ ਅਵਤਾਰ ਦੇ ਨਾਮ ਦੀ ਗੱਲ। ਨਹੀਂ, ਇੱਥੇ ਗੱਲ ਹੋ ਰਹੀ ਹੈ ਕੇਵਲ ਅਕਾਰ ਪੁਰਖ ਦੀ, ਜਿਹਨੇ ਦੁਨੀਆ ਪੈਦਾ ਕੀਤੀ ਹੈ। ਤਾਂ ਕਰਕੇ ਕਹਿਣ ਲੱਗੇ ਭਾਈ, ਪਰਮੇਸ਼ਰ ਦਾ ਨਾਮ ਹੀ ਅੰਮ੍ਰਿਤ ਹੈ, ਤੇ ਸਤ ਸੰਗਤ ਵਿੱਚ ਇਸ ਨਾਮ ਨੂੰ ਵੰਡਿਆ ਜਾਂਦਾ ਹੈ। ਮਨ ਕੋ ਹੋਏ ਸੰਤੋਖ ਭੁੱਖਾਂ ਤਰਾਪੀਐ, ਨੂੰ ਸੰਤੋਖ ਮਿਲ ਜਾਂਦਾ ਹੈ। ਜਿਹੜੇ ਭੁੱਖੇ ਨੇ ਨਾ, ਉਹ ਵੀ ਤਰਾਪੀਏ ਕਹੀਏ ਰੱਜ ਜਾਂਦੇ ਨੇ। ਸਤ ਸੰਗਤ ਐਸੀ ਹੈ, ਆਇਆ ਤੇ ਬੜੀ ਵੱਡੀ ਭੁੱਖ ਲੈ ਕੇ ਸੀ, ਮੈਨੂੰ ਪਦਾਰਥ ਇਹ ਮਿਲੇ, ਮੈਨੂੰ ਇਹ ਮਿਲੇ। ਪਰ ਜਦੋਂ ਗੁਰੂ ਦੇ ਕੋਲ ਬੈਠਾ, ਗੁਰੂ ਦਾ ਉਪਦੇਸ਼ ਸੁਣਿਆ, ਤੇ ਸਤਿਗੁਰੂ ਨੇ ਸਮਝਾ ਦਿੱਤਾ ਉਪਦੇਸ਼ ਦੇ ਵਿੱਚ ਕਿ ਭਾਈ ਪਿਆਰਿਆ, ਮੰਗਦਾ ਤੇ ਬਹੁਤ ਕੁਝ ਹੈ, ਜੋ ਕੁਝ ਮੰਗਦਾ ਪਿਆ ਉਹ ਨਾਲ ਨਹੀਂ ਜਾਣਾ, ਪਰ ਜਿਹੜਾ ਨਾਲ ਜਾਣਾ ਨਾਮ, ਉਹ ਤੂੰ ਮੰਗਿਆ ਨਹੀਂ। ਇਹ ਖਬਰ ਇਹ ਸੋਝੀ ਸਤ ਸੰਗਤ ਵਿੱਚ ਬੈਠ ਕੇ ਆਈ, ਤੇ ਫਿਰ ਕਹਿਣ ਲੱਗੇ ਦੁਨੀਆ ਦੇ ਪਦਾਰਥਾਂ ਵੱਲੋਂ ਰੱਜ ਗਿਆ। ਜਿਵੇਂ ਭਾਈ ਮਾਨ ਸਿੰਘ ਨੂੰ ਮਹਾਰਾਜ ਨੇ ਆਖਿਆ ਸੀ, ਮਾਨ ਸਿੰਘ ਮੰਗ ਕੀ ਚਾਹੀਦਾ? ਕਹਿਣ ਲੱਗਾ ਮਹਾਰਾਜ ਹੁਣ ਤੇ ਭੁੱਖ ਹੀ ਨਹੀਂ ਰਹੀ, ਭੁੱਖਾਂ ਸਭ ਗਵਾਈਆਂ, ਭੁੱਖਾਂ ਹੀ ਮਿਟ ਗਈਆਂ, ਹੁਣ ਇੱਛਾ ਹੀ ਨਹੀਂ ਰਹੀ ਹੈ। ਇਸ ਤਰ੍ਹਾਂ ਉਹ ਜਿਹੜੇ ਗੁਰਮੁਖ ਨੇ ਉਹ ਰੱਜ ਜਾਂਦੇ ਹਨ। ਜਿਸ ਘਟ ਵਸਿਆ ਨਾਉ ਤਿਸ ਬੰਧਨ ਕਾਟਿਐ, ਹਿਰਦੇ ਵਿੱਚ ਗੁਰਮੁਖੋ ਨਾਮ ਵਸਦਾ, ਉਹਦੇ ਬੰਧਨ ਕੱਟੇ ਜਾਂਦੇ। ਸਾਨੂੰ ਬੰਧਨ ਪਏ ਨੇ ਪਰਿਵਾਰ ਦੇ, ਸਾਨੂੰ ਬੰਧਨ ਪਏ ਨੇ ਪਦਾਰਥਾਂ ਦੇ, ਮੋਹ ਦੇ, ਮਮਤਾ ਦੇ, ਵਕਾਰਾਂ ਦੇ ਬੰਧਨ ਪਏ ਹੋਏ ਨੇ। ਕੋਈ ਕਾਮ ਵਿੱਚ ਗਰਸਿਆ ਹੋਇਆ, ਕੋਈ ਕ੍ਰੋਧ ਵਿੱਚ, ਕੋਈ ਲੋਭ ਵਿੱਚ। ਪਰ ਪਾਤਸ਼ਾਹ ਕਹਿਣ ਲੱਗੇ ਜਿਸ ਘਟ ਵਸਿਆ ਨਾਉ ਤਿਸ ਬੰਧਨ ਕਾਟਿਐ, ਉਹਦੇ ਬੰਧਨ ਕੱਟ ਜਾਂਦੇ। ਕਿਉਂਕਿ ਗੁਰੂ ਐਸਾ ਹੈ, ਸਤਿਗੁਰ ਸਿੱਖ ਕੈ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਇਹ ਗੁਰਬਾਣੀ ਦਾ ਫਰਮਾਨ ਹੈ, ਉਹਦੇ ਬੰਧਨ ਨਾਸ ਹੋ ਜਾਂਦੇ ਹਨ। ਗੁਰ ਪ੍ਰਸਾਦ ਕਿਨੈ ਵਿਰਲੇ ਹਰ ਤਨ ਖਾਟੀਐ, ਇਹ ਨਾਮ ਦਾ ਧਨ ਦੀ ਖੱਟੀ ਜਿਹੜੀ ਹੈ ਨਾ, ਸਾਰੇ ਨਹੀਂ ਕਰ ਸਕਦੇ। ਸੁਣਦੇ ਤੇ ਪਏ ਆ ਵੀ ਨਾਮ ਦੀ ਬੜੀ ਮਹਿਮਾ ਹੈ, ਨਾਮ ਬੜੇ ਪਾਪਾਂ ਨੂੰ ਕੱਟਦਾ, ਨਾਮ ਜਪ ਕੇ ਮੁਕਤ ਹੋ ਜਾਈਦਾ। ਪਰ ਦੂਜੇ ਪਾਸੇ ਇਹ ਵੀ ਵਿਚਾਰੋ ਵੀ ਆਪਾਂ ਘਰੇ ਜਾ ਕੇ ਕਿੰਨਾ ਕੁ ਨਾਮ ਜਪਦੇ ਆ, ਜਾਂ ਅਸੀਂ ਰਸਤੇ ਵਿੱਚ ਘਰ ਨੂੰ ਜਾਂਦੇ ਆ ਕਿੰਨਾ ਕੁ ਨਾਮ ਜਪਦੇ ਜਾਂਦੇ ਆ, ਕਿੰਨਾ ਕੁ ਨਾਮ ਜਪਦੇ ਗੁਰਦੁਆਰੇ ਆਉਂਦੇ ਆ। ਸੁਣਦੇ ਜ਼ਰੂਰ ਪਏ ਆ ਵੀ ਨਾਮ ਬੜਾ ਵੱਡਾ ਹੈ, ਨਾਮ ਦੀ ਮਹਿਮਾ ਬੜੀ ਹੈ, ਪਰ ਜਪਦੇ ਕਿੰਨਾ ਕੁ ਆ, ਗੱਲ ਇੱਥੇ ਆ ਕੇ ਢੁਕਦੀ ਹੈ। ਪਾਤਸ਼ਾਹ ਕਹਿਣ ਲੱਗੇ ਗੁਰ ਪ੍ਰਸਾਦੀ ਕਿਨੇ ਵਿਰਲੇ ਹਰ ਤਨ ਖਾਟੀਐ, ਨਾਮ ਦੀ ਖੱਟੀ ਕਿਸੇ ਵਿਰਲੇ ਨੇ ਕੀਤੀ ਹੈ, ਉਹਨੇ ਕੀਤੀ ਹੈ ਜਿਹਦੇ ਉੱਪਰ ਗੁਰੂ ਨੇ ਮਿਹਰ ਕੀਤੀ ਹੈ। ਗੁਰ ਪ੍ਰਸਾਦ ਜਿਹਦੇ ਉੱਪਰ ਗੁਰੂ ਦੀ ਬਖਸ਼ਿਸ਼ ਹੋਈ, ਗੁਰੂ ਦੀ ਰਹਿਮਤ ਹੋਈ ਹੈ। ਸ਼ਲੋਕ ਮਹਲਾ ਪੰਜਵਾ, ਮਨ ਮੈਂ ਚਿਤਵੋ ਚਿਤਵਣੀ ਉਦਮ ਕਰੋ ਉਠ ਨੀਤ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਆਪਣੇ ਮਨ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਚਿਤਵਨੀ ਨੂੰ ਚਿਤਵਨਾ ਕਰ, ਮਨ ਵਿੱਚੋਂ ਫਰਿਆਦ ਕਰ ਕਿ ਮੇਰੇ ਹਿਰਦੇ ਵਿੱਚੋਂ ਤੇਰਾ ਨਾਮ ਨਿਕਲੇ। ਪਾਤਸ਼ਾਹ ਕਹਿਣ ਲੱਗੇ ਉਦਮ ਕਰੋ ਉਠ ਨੀਤ, ਪਰਮਾਤਮਾ ਮੇਰੇ ਤੇ ਰਹਿਮ ਕਰ, ਮੈਨੂੰ ਅੰਮ੍ਰਿਤ ਵੇਲੇ ਉੱਠਣ ਦਾ ਉਦਮ ਬਖਸ਼ਿਸ਼ ਕਰ, ਤਾਂ ਕਿ ਮੈਂ ਤੇਰੇ ਨਾਮ ਨੂੰ ਜਪ ਸਕਾਂ। ਮੈਨੂੰ ਸੰਸਾਰ ਦੇ ਕੰਮਾਂ ਵਿੱਚੋਂ ਉਠਾ ਕੇ ਸਤ ਸੰਗਤ ਵਿੱਚ ਬੈਠਣ ਦੀ ਮੇਰੇ ਤੇ ਮਿਹਰ ਕਰ।
ਮੈਨੂੰ ਇਹ ਉਦਮ ਦੇ, ਬਖਸ਼ਿਸ਼ ਦੇ ਕਿ ਤੇਰੇ ਨਾਮ ਨੂੰ ਜਪਣਾ ਕਰਾਂ। ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕੇ ਮੀਤ। ਐ ਪਰਮੇਸ਼ਰ ਜੀ, ਤੁਸੀਂ ਗੁਰੂ ਰੂਪ ਹੋ ਜਾਂ ਤੁਸੀਂ ਗੁਰੂ ਦੇ ਮਿੱਤਰ ਹੋ, ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਪਰਮੇਸ਼ਰ ਦੇ ਸਰੂਪ ਸਤਿਗੁਰੂ ਜੀ ਸਾਡੇ ਤੇ ਮਿਹਰ ਕਰੋ। ਜਿਸ ਤਰ੍ਹਾਂ ਇੱਕ ਮਿੱਤਰ ਦੂਜੇ ਮਿੱਤਰ ਦੀ ਬਾਂਹ ਫੜ ਕੇ ਉਹਨੂੰ ਬੰਨੇ ਲਾ ਦਿੰਦਾ ਹੈ, ਸਾਡੇ ਤੇ ਮਿਹਰ ਕਰਕੇ ਹਰ ਕੀਰਤਨ ਕਾ ਆਹਰੋ, ਸਾਨੂੰ ਵੀ ਆਹਰੋ ਕਹੀਏ, ਉਦਮ ਦਿਓ ਆਪਣੀ ਕੀਰਤੀ ਦਾ, ਆਪਣੀ ਸਿਫਤ ਦਾ, ਤਾਂ ਕਿ ਤੁਹਾਡੇ ਨਾਮ ਨੂੰ ਜਪ ਸਕੀਏ। ਤੇ ਆਹਰ ਨਾਮ ਭੋਜਨ ਦਾ ਵੀ ਹੈ, ਸਾਨੂੰ ਆਪਣੇ ਕੀਰਤਨ ਦਾ ਭੋਜਨ ਦਿਓ, ਅਸੀਂ ਤੁਹਾਡੀ ਕੀਰਤੀ ਦਾ ਭੋਜਨ ਕਰਨਾ ਕਰੀਏ। ਮਹੱਲਾ ਪੰਜਵਾਂ। ਦੇਸ਼ ਧਾਰ ਪ੍ਰਭ ਰਾਖਿਆ ਮਨ ਤਨ ਰਤਾ ਮੂਲ। ਜਿਨ੍ਹਾਂ ਦਾ ਮਨ, ਜਿਨ੍ਹਾਂ ਦਾ ਤਨ, ਸਰੀਰ ਪਰਮਾਤਮਾ ਦੇ ਵਿੱਚ ਰੱਤਾ ਰੰਗਿਆ ਗਿਆ, ਜਿਹੜਾ ਪਰਮਾਤਮਾ ਮੂਲ ਮੁੱਢ ਹੈ ਸਾਰਿਆਂ ਦਾ, ਜਿਨ੍ਹਾਂ ਦਾ ਮਨ ਉਹਦੇ ਨਾਮ ਦੇ ਵਿੱਚ ਰੰਗ ਗਿਆ, ਜਿਨ੍ਹਾਂ ਦਾ ਤਨ ਉਹਦੇ ਨਾਮ ਦੇ ਵਿੱਚ ਰੰਗ ਗਿਆ, ਉਹਨਾਂ ਦੇ ਉੱਪਰ ਫਿਰ ਐਸੀ ਕਿਰਪਾ ਦੀ ਦ੍ਰਿਸ਼ਟੀ ਕਰਦਾ ਕਿ ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਰੱਖ ਲੈਂਦਾ ਹੈ। ਨਾਨਕ ਜੋ ਪ੍ਰਭ ਭਾਣੀਆਂ ਮਰੋ ਵਿਚਾਰੀ ਸੂਲ। ਜਿਹੜੀਆਂ ਜੀਵ ਰੂਪ ਇਸਤਰੀਆਂ ਪਰਮਾਤਮਾ ਨੂੰ ਭਾ ਜਾਂਦੀਆਂ, ਚੰਗੀਆਂ ਲੱਗ ਜਾਂਦੀਆਂ, ਜਿਨ੍ਹਾਂ ਨੇ ਨਾਮ ਜਪ ਕੇ ਪਰਮਾਤਮਾ ਦੀ ਸਿਫਤ ਕਰਕੇ ਉਹਦੇ ਗੁਣਾਂ ਨੂੰ ਜਿਨ੍ਹਾਂ ਨੇ ਅਪਣਾਇਆ ਹੈ, ਤੇ ਪਾਤਸ਼ਾਹ ਕਹਿਣ ਲੱਗੇ ਮਰੋ ਵਿਚਾਰੀ ਸੂਲ, ਉਹਨਾਂ ਦੀ ਜਿਹੜੀ ਸੂਲਾ ਦੁੱਖ ਹੈ ਨਾ, ਉਹ ਮਰੋ ਕਹੀਏ ਮਰ ਜਾਂਦਾ ਹੈ, ਉਹਨਾਂ ਦੀਆਂ ਸੂਲਾਂ ਦੁੱਖ ਖਤਮ ਹੋ ਜਾਂਦੀਆਂ। ਐਸੀ ਵਿਚਾਰੀ ਜਿਹੜੀ ਜੀਵ ਰੂਪ ਇਸਤਰੀ ਹੈ ਉਹ ਸਫਲੀ ਹੋ ਜਾਂਦੀ ਹੈ, ਦੁੱਖਾਂ ਨੂੰ ਪਰਮੇਸ਼ਰ ਮਾਰ ਦਿੰਦਾ ਹੈ। ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜਿਹੜੀ ਤੇਰੀ ਬਿਰਥਾ ਹੈ, ਬਿਰਥਾ ਨਾਮ ਪੀੜਾ ਦਾ, ਦੁੱਖ ਦਾ, ਜੇ ਅਸੀਂ ਨਾਮ ਦੀ ਦਾਤ ਮੰਗਣ ਵਾਸਤੇ ਅਰਦਾਸ ਕਰਦੇ ਹਾਂ ਤੇ ਇਹਦਾ ਮਤਲਬ ਇਹ ਨਹੀਂ ਹੈ ਵੀ ਤੂੰ ਆਪਣੇ ਦੁੱਖ ਦੀ ਵੀ ਅਰਦਾਸ ਨਹੀਂ ਕਰ ਸਕਦਾ। ਕਈ ਵਾਰੀ ਸਾਨੂੰ ਇਹ ਗੱਲ ਸੁਣਨ ਵਿੱਚ ਮਿਲਦੀ ਹੈ ਕਿ ਦੁਨੀਆ ਦੇ ਲੋਕ ਦੁਨੀਆ ਦੇ ਪਦਾਰਥ ਮੰਗਦੇ ਨੇ, ਪਰ ਇੱਥੇ ਮਹਾਰਾਜ ਆਪ ਕਹਿ ਰਹੇ ਨੇ, ਕਹਿਣ ਲੱਗੇ ਜੀ ਕੀ ਬਿਰਥਾ ਹੋਏ, ਬੰਦਿਆ ਜਿਹੜਾ ਤੇਰਾ ਦੁੱਖ ਹੈ ਨਾ, ਕੋਈ ਮੁਸੀਬਤ ਤੇਰੇ ਤੇ ਪਈ ਹੈ, ਕਿਸੇ ਪਦਾਰਥ ਦੀ ਤੈਨੂੰ ਲੋੜ ਹੈ, ਗੁਰ ਪੈ ਅਰਦਾਸ ਕਰ, ਤੂੰ ਆਪਣੇ ਗੁਰੂ ਦੇ ਅੱਗੇ ਅਰਦਾਸ ਕਰਨ ਦਾ ਹੱਕ ਰੱਖਦਾ ਹੈ। ਇਹ ਤੈਨੂੰ ਹੱਕ ਹੈ ਵੀ ਮਹਾਰਾਜ ਮੇਰੇ ਤੇ ਇਹ ਬਿਪਤਾ ਪੈ ਗਈ ਹੈ, ਕਿਰਪਾ ਕਰਕੇ ਇਹਨੂੰ ਕੱਟ ਦਿਓ। ਤੇ ਭਾਈ ਬਿਧੀ ਚੰਦ ਨੇ ਅਰਦਾਸ ਕੀਤੀ ਸੀ ਨਾ ਪੱਟੀ ਸ਼ਹਿਰ ਦੇ ਵਿੱਚ, ਮਹਾਰਾਜ ਬਿਪਤਾ ਪੈ ਗਈ ਹੈ, ਰਾਜੇ ਦੇ ਸਿਪਾਹੀ ਦਰਵਾਜ਼ਿਆਂ ਤੇ ਖੜ ਗਏ ਨੇ, ਮੈਂ ਬਾਹਰ ਨਹੀਂ ਨਿਕਲ ਸਕਦਾ, ਹੁਣ ਮੈਂ ਅੱਗ ਦੇ ਭੱਠ ਵਿੱਚ ਬੈਠਣ ਲੱਗਾ, ਕਿਰਪਾ ਕਰਕੇ ਮੇਰੀ ਰੱਖਿਆ ਕਰੋ। ਤੇ ਕੀਤੀ ਹੈ ਨਾ ਅਰਦਾਸ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਤੇਰੇ ਤੇ ਕੋਈ ਮੁਸੀਬਤ ਪੈਂਦੀ ਹੈ, ਕੋਈ ਕਸ਼ਟ ਆਉਂਦਾ, ਤੇ ਤੂੰ ਆਪਣੇ ਗੁਰੂ ਅੱਗੇ ਅਰਦਾਸ ਕਰਿਆ ਕਰ। ਛੋੜ ਸਿਆਣਪ ਸਗਲ ਮਨ ਤਨ ਅਰਪ ਧਰ। ਆਪਣੀਆਂ ਸਿਆਣਪਾਂ ਪਰੇ ਕਰਕੇ ਆਪਣੇ ਮਨ ਤਨ ਨੂੰ ਗੁਰੂ ਦੇ ਅੱਗੇ ਭੇਟ ਕਰ ਦੇ। ਦਸਵੇਂ ਪਾਤਸ਼ਾਹ ਮਹਾਰਾਜ ਨੇ ਖਾਲਸੇ ਨੂੰ ਬਚਨ ਕੀਤਾ ਵੀ ਗੁਰੂ ਖਾਲਸਾ ਜੀ, ਜਦੋਂ ਤੁਹਾਨੂੰ ਕਿਸੇ ਚੀਜ਼ ਦੀ ਲੋੜ ਪੈ ਜਾਵੇ, ਕੋਈ ਔਖਾ ਸਮਾਂ ਪੈ ਜਾਵੇ, ਉਸ ਵੇਲੇ ਕੜਾਹ ਪ੍ਰਸਾਦੀ ਦੇਗ ਬਣਾ ਕੇ ਤੇ 5 ਸਿੰਘ ਜਿਹੜੇ ਨੇ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਕਰਨ, ਤੇ ਪਾਤਸ਼ਾਹ ਕਹਿੰਦੇ ਅਸੀਂ ਹਾਜ਼ਰ ਹੋ ਕੇ ਉਹ ਕਾਰ ਦੇ ਵਿੱਚ ਸਿੱਖ ਨੂੰ ਸਫਲਤਾ ਹੀ ਬਖਸ਼ਿਸ਼ ਕਰਾਂਗੇ। ਇਹ 10ਵੇਂ ਪਾਤਸ਼ਾਹ ਦਾ ਹੁਕਮ ਹੈ ਆਪਣੇ ਖਾਲਸੇ ਨੂੰ ਕਿ ਸਾਨੂੰ ਸਦਾ ਹੀ ਹਾਜ਼ਰ ਨਾਜ਼ਰ ਜਾਣਨਾ, ਪੰਜਾਂ ਦੇ ਵਿੱਚ ਸਦਾ ਅਸੀਂ ਨਿਵਾਸ ਰੱਖਦੇ ਹਾਂ। ਜਦੋਂ ਕਿਤੇ ਕੋਈ ਸੰਕਟ ਦਾ, ਕੋਈ ਦੁੱਖ ਦਾ ਸਮਾਂ ਪੈਂਦਾ, ਪੰਜਾਂ ਦੇ ਕੋਲੋਂ ਅਰਦਾਸ ਕਰਵਾ, ਕੜਾਹ ਪ੍ਰਸਾਦੀ ਦੇ ਕਰਵਾ ਕੇ ਤੇ ਉਹਦੇ ਦੁੱਖਾਂ ਨੂੰ ਸਤਿਗੁਰੂ ਦੂਰ ਕਰਦੇ ਹਨ। ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ। ਸਤਿਗੁਰਾਂ ਦੇ ਚਰਨਾਂ ਦੀ ਪੂਜਾ ਕਰਕੇ ਖੋਟੀ ਮੱਤ ਤੇ ਸਾੜੀ ਜਾਂਦੀ ਹੈ। ਜਿਹੜੇ ਅਸੀਂ ਮਾੜੇ ਕਰਮ ਕਰਦੇ ਹਾਂ ਵੀ ਤੇ ਇੱਕ ਮੱਤ ਹੀ ਹੈ ਨਾ ਸਾਡੇ ਕੋਲ। ਕੁਝ ਬੰਦੇ ਇਹੋ ਜਿਹੇ ਨੇ, ਉਹਨਾਂ ਨੂੰ ਚੰਗਾ ਕੰਮ ਤੇ ਨਹੀਂ, ਪਰ ਮਾੜੇ ਕੰਮ ਦੀ ਬੜੀ ਚਲਾਕੀ ਹੈ, ਬੜੀ ਸਿਆਣਪ ਹੈ। ਕਿਵੇਂ ਕਿਸੇ ਨੂੰ ਠੱਗਣਾ ਹੈ, ਕਿਵੇਂ ਕਿਸੇ ਨੂੰ ਦਬਾਉਣਾ ਹੈ, ਕਿਵੇਂ ਕਿਸੇ ਨੂੰ ਲੁੱਟਣਾ ਹੈ, ਕਿਵੇਂ ਕਿਸੇ ਨਾਲ ਚਲਾਕੀ ਕਰਨੀ ਹੈ। ਇਹ ਬੜੀਆਂ ਚਲਾਕੀਆਂ ਕਈ ਲੋਕਾਂ ਨੂੰ ਹੁਸ਼ਿਆਰੀਆਂ ਆਉਂਦੀਆਂ। ਪਾਤਸ਼ਾਹ ਕਹਿਣ ਲੱਗੇ ਇਹ ਜਿਹੜੀ ਤੇਰੀ ਮੱਤ ਹੈ ਨਾ, ਦੁਨੀਆ ਨੂੰ ਲੁੱਟ ਕੇ ਬਦਦੁਆਵਾਂ ਲੈਣ ਵਾਲੀ, ਗੁਰੂ ਅੱਗੇ ਅਰਦਾਸ ਕਰਿਆ ਕਰ, ਮਹਾਰਾਜ ਇਹ ਮੱਤ ਖਤਮ ਹੀ ਹੋ ਜਾਵੇ, ਮੇਰੇ ਕੋਲ ਉਹ ਚਲਾਕੀ ਨਾ ਰਵੇ।
ਜਿਹੜੀ ਦੂਜਿਆਂ ਦੀਆਂ ਬਦਸੀਸਾਂ ਮੈਨੂੰ ਪ੍ਰਾਪਤ ਹੋਣ। ਸਾਧ ਜਨਾ ਕੈ ਸੰਗ ਭਵਜਲ ਬਿਖਮ ਤਰ, ਸਾਧੂਆਂ ਦੀ ਸੰਗਤ ਵਿੱਚ ਬੈਠ ਕੇ ਔਖੇ ਸੰਸਾਰ ਤੋਂ ਤਰ ਜਾਈਦਾ ਹੈ। ਸੇਵੋ ਸਤਿਗੁਰ ਦੇਵ ਅੱਗੇ ਨਾ ਮਰੋ ਡਰ, ਸਤਿਗੁਰੂ ਕਹਿੰਦੇ ਪ੍ਰਕਾਸ਼ ਸਰੂਪ ਗੁਰੂ ਦੀ ਸੇਵਾ ਕਰ, ਫਿਰ ਅੱਗੇ ਪਰਲੋਕ ਵਿੱਚ ਮਰ ਮਰ ਕੇ ਡਰਨਾ ਨਹੀਂ ਹੋਵੇਗਾ। ਖਿਨ ਮੈਂ ਕਰੇ ਨਿਹਾਲ ਊਣੇ ਸੋ ਭਰ ਭਰ, ਪਰਮਾਤਮਾ ਇੱਕ ਖਿਣ ਵਿੱਚ ਨਿਹਾਲ ਕਰ ਦਿੰਦਾ, ਊਣਿਆਂ ਨੂੰ ਲਪੋ ਲਪ ਭਰ ਦਿੰਦਾ ਹੈ। ਮਨ ਕੋ ਹੋਏ ਸੰਤੋਖ ਧਿਆਏ ਸਦਾ ਹਰ, ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਮਨ ਨੂੰ ਸੰਤੋਖ ਮਿਲਦਾ ਹੈ। ਧਿਆਈਐ ਸਦਾ ਹਰ, ਜਿਨ੍ਹਾਂ ਨੇ ਹਰੀ ਹਰ ਪਰਮੇਸ਼ਰ ਨੂੰ ਧਿਆਇਆ ਉਹਨਾਂ ਦੇ ਮਨ ਨੂੰ ਸੰਤੋਖ ਮਿਲਿਆ ਹੈ। ਸੋ ਲੱਗਾ ਸਤਿਗੁਰ ਸੇਵ ਜਾਂ ਕੋ ਕਰਮ ਧੁਰ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੂੰ ਧੁਰ ਤੋਂ ਕਰਮ ਲਿਖਿਆ ਪ੍ਰਮਾਤਮਾ ਨੇ ਵੀ ਇਹ ਬੰਦਾ ਗੁਰੂ ਦੀ ਸੇਵਾ ਕਰੇਗਾ, ਇਹ ਬੰਦਾ ਨਾਮ ਜਪੇਗਾ, ਜਿਹੜਾ ਧੁਰ ਤੋਂ ਕਰਮ ਲਿਖਾ ਕੇ ਲੈ ਕੇ ਆਇਆ, ਅਸਲ ਵਿੱਚ ਸੇਵਾ ਵਿੱਚ ਉਹ ਲੱਗਦਾ ਹੈ। ਬੰਦੇ ਦਾ ਕਰਮ ਧੁਰ ਤੋਂ ਲਿਖਿਆ ਗਿਆ, ਜਾਂ ਫਿਰ ਉਹ ਜਿਹੜਾ ਕਰਮ ਹੈ ਸੰਗਤ ਵਿੱਚ ਆ ਕੇ ਲਿਖਿਆ ਜਾਂਦਾ। ਜਦੋਂ ਮੱਥਾ ਟੇਕਦੇ ਆ ਇੱਥੇ ਮਾੜਾ ਲੇਖ ਮਿਟ ਜਾਂਦਾ ਹੈ, ਚੰਗਾ ਲੇਖ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਲਿਖ ਦਿੰਦੇ। ਇਹ ਸਤ ਸੰਗਤ ਵੀ ਧੁਰ ਦਰਗਾਹ ਹੈ, ਜਿੱਥੇ ਬੈਠ ਕੇ ਫੈਸਲੇ ਹੁੰਦੇ, ਸੱਚ ਤੇ ਝੂਠ ਦਾ ਨਿਬੇੜ ਹੁੰਦਾ। ਪਾਤਸ਼ਾਹ ਕਹਿੰਦੇ ਸੰਗਤ ਇਹੋ ਜਿਹੀ ਹੈ, ਇੱਥੇ ਲੇਖ ਲਿਖੇ ਜਾਂਦੇ ਨੇ ਕਿ ਇਹ ਲੇਖ ਗੁਰੂ ਦੀ ਸੇਵਾ ਵਾਲਾ ਬਣ ਜਾਂਦਾ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਦਿਓ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਮਨ ਕੋ ਹੋਏ ਸੰਤੋਖ ਧਿਆਏ ਸਦਾ ਹਰ, ਜੋ ਲੱਗਾ ਸਤਿਗੁਰ ਸੇਵ ਜਾਂ ਕੋ ਕਰਮ ਧੁਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।